ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਕੁਝ ਉਹਨਾਂ ਟਰਮਸ ਦੇ ਬਾਰੇ ਜੋ ਕਿ ਕਿਸੇ ਵੀ ਕੰਪੋਨੈਂਟ ਦੇ ਡਿਜ਼ਾਈਨ ਦੇ ਲਈ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਨੇ, ਜੋ ਨੇ ਸਾਡੇ ਕੋਲ ਸਟੈਂਡਰਡਾਈਜੇਸ਼ਨ, ਇੰਟਰਚੇਂਜੇਬਿਲਿਟੀ, ਐਰਗੋਨੋਮਿਕਸ ਐਂਡ ਸਿਲੈਕਸ਼ਨ ਆਫ ਮਟੀਰੀਅਲ। ਕਿ ਜਦੋਂ ਵੀ ਕਿਸੇ ਅਸੀਂ ਮਸ਼ੀਨ ਕੰਪੋਨੈਂਟ ਨੂੰ ਡਿਜ਼ਾਈਨ ਕਰਦੇ ਹਾਂ ਤਾਂ ਉਸ ਦੌਰਾਨ ਇਹਨਾਂ ਨੂੰ ਖਾਸ ਤੌਰ ਤੇ ਅਸੀਂ ਧਿਆਨ ਦੇ ਵਿੱਚ ਰੱਖ ਕੇ ਫਿਰ ਕਿਸੇ ਕੰਪੋਨੈਂਟ ਨੂੰ ਅਸੀਂ ਡਿਜ਼ਾਈਨ ਕਰਦੇ ਹਾਂ। ਸੋ ਵਨ ਬਾਏ ਵਨ ਇਹਨਾਂ ਦੇ ਉੱਤੇ ਅੱਜ ਅਸੀਂ ਡਿਸਕਸ਼ਨ ਕਰਨੀ ਹੈ। ਸੋ ਸਭ ਤੋਂ ਪਹਿਲਾਂ ਅੱਜ ਅਸੀਂ ਗੱਲ ਕਰਦੇ ਹਾਂ ਅਬਾਊਟ ਸਟੈਂਡਰਡਾਈਜੇਸ਼ਨ। ਸਟੈਂਡਰਡਾਈਜੇਸ਼ਨ ਬੇਸਿਕਲੀ ਕੀ ਹੈ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਡਿਜ਼ਾਈਨ ਕਰਨਾ ਹੈ, ਡਿਜ਼ਾਈਨ ਕਰਨ ਤੋਂ ਬਾਅਦ ਉਸ ਦੀ ਮੈਨੂਫੈਕਚਰਿੰਗ ਕਰਨੀ ਹੈ ਤਾਂ ਮੈਨੂਫੈਕਚਰਿੰਗ ਦੇ ਦੌਰਾਨ ਅਸੀਂ ਕੁਝ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਹੁੰਦਾ ਹੈ। ਸੋ ਰੂਲਸ ਐਂਡ ਰੈਗੂਲੇਸ਼ਨਸ ਅਸੀਂ ਕਿਉਂ ਫੋਲੋ ਕਰਦੇ ਹਾਂ? ਜਿਵੇਂ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਮੇਰਾ ਆਈਡਲ ਹੈ ਕਿ ਮੈਂ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦਾ ਤਾਂ ਮੈਂ ਉਸ ਦੇ ਵਰਗਾ ਬਣਨਾ ਚਾਹੁੰਦਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਕੰਪੋਨੈਂਟ ਦੀ ਮੈਨੂਫੈਕਚਰਿੰਗ ਕਰਦੇ ਹਾਂ ਜਾਂ ਕਰਵਾਉਂਦੇ ਹਾਂ ਤਾਂ ਉਸ ਦੌਰਾਨ ਅਸੀਂ ਜਿਸ ਵੀ ਕੰਪੋਨੈਂਟ ਨੂੰ ਡਿਜ਼ਾਈਨ ਕਰ ਰਹੇ ਹਾਂ, ਜਿਸ ਦੀ ਮੈਨੂਫੈਕਚਰਿੰਗ ਕਰ ਰਹੇ ਹਾਂ, ਸੋ ਉਸ ਨੂੰ ਅਸੀਂ ਕਿਹਦੇ ਵਰਗਾ ਬਣਾਉਣਾ ਹੈ, ਕਿਸ ਤਰ੍ਹਾਂ ਦੀ ਪ੍ਰੋਸੈਸ ਨੂੰ ਅਸੀਂ ਫੋਲੋ ਕਰਨਾ ਹੈ, ਤਾਂ ਉਹ ਸਾਡੇ ਕੋਲ ਕੁਝ ਰੂਲਸ ਐਂਡ ਨੋਰਮਸ ਜਿਸ ਦੇ ਅਕੋਰਡਿੰਗਲੀ ਅਸੀਂ ਉਸ ਕੰਪੋਨੈਂਟ ਨੂੰ ਕਿਸੇ ਵਰਗਾ ਬਣਾਉਣਾ ਹੈ। ਸੋ ਉਸ ਪ੍ਰੋਸੈਸ ਨੂੰ ਅਸੀਂ ਸਟੈਂਡਰਡਾਈਜੇਸ਼ਨ ਦਾ ਨਾਮ ਦਿੱਤਾ। ਸੋ ਇੱਕ ਡੈਫੀਨੇਸ਼ਨ ਇਹਦੀ ਦੇਖਦੇ ਹਾਂ ਕਿ ਡੈਫੀਨੇਸ਼ਨ ਤੋਂ ਇਹ ਕੀ ਕਹਿ ਰਿਹਾ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ, ਅ ਸੈਟ ਆਫ ਨੋਰਮਸ ਔਰ ਰੂਲਸ ਫॉर ਮੈਨੂਫੈਕਚਰਿੰਗ। ਕਿ ਮੈਨੂਫੈਕਚਰਿੰਗ ਦੇ ਲਈ ਕਿਸੇ ਵੀ ਕੰਪੋਨੈਂਟ ਦੇ ਕੁਝ ਨੋਰਮਸ ਨੂੰ, ਕੁਝ ਰੂਲਸ ਨੂੰ ਜਦੋਂ ਅਸੀਂ ਫੋਲੋ ਕਰਕੇ ਉਸ ਦੀ ਮੈਨੂਫੈਕਚਰਿੰਗ ਕਰਦੇ ਹਾਂ ਤਾਂ ਉਸ ਨੂੰ ਅਸੀਂ ਸਟੈਂਡਰਡਾਈਜੇਸ਼ਨ ਕਹਿੰਦੇ ਹਾਂ। ਇਟ ਇਜ਼ ਦ ਪ੍ਰੋਸੈਸ ਆਫ ਅਡਾਪਸ਼ਨ ਆਫ ਪ੍ਰੈਸਕ੍ਰਾਈਬਡ ਸਪੈਸੀਫਿਕੇਸ਼ਨਸ ਐਂਡ ਰੈਗੂਲੇਸ਼ਨ ਪਰਟੇਨਿੰਗ ਟੂ ਮਟੀਰੀਅਲਸ, ਮੈਥਡਸ ਐਂਡ ਇਕਵਿਪਮੈਂਟਸ। ਕਿ ਜਦੋਂ ਅਸੀਂ ਕਿਸੇ ਪ੍ਰੋਸੈਸ ਦਾ ਇਸਤੇਮਾਲ ਕਰਕੇ ਉਸ ਕਿਸੇ ਵੀ ਚੀਜ਼ ਦੀ ਮੈਨੂਫੈਕਚਰਿੰਗ ਕਰਦੇ ਹਾਂ, ਜਦੋਂ ਅਸੀਂ ਪ੍ਰੋਪਰ ਸਪੈਸੀਫਿਕੇਸ਼ਨਸ, ਰੂਲਸ ਐਂਡ ਰੈਗੂਲੇਸ਼ਨਸ ਨੂੰ, ਨੋਰਮਸ ਨੂੰ ਫੋਲੋ ਕਰਕੇ ਉਸ ਦੀ ਮੈਨੂਫੈਕਚਰਿੰਗ ਕਰਦੇ ਹਾਂ, ਜਿਹਦੇ ਵਿੱਚ ਉਸ ਦੇ ਮਟੀਰੀਅਲਸ ਕੀ ਹੋਣਗੇ, ਉਹਨਾਂ ਦਾ ਮੈਥਡ ਕੀ ਹੋਊਗਾ, ਕਿਹੜੇ ਇਕਵਿਪਮੈਂਟਸ ਅਸੀਂ ਯੂਜ਼ ਕਰਨੇ ਆ, ਤਾਂ ਇਸ ਤਰ੍ਹਾਂ ਦੇ ਪੂਰੇ ਪ੍ਰੋਸੈਸ ਨੂੰ ਅਸੀਂ ਸਟੈਂਡਰਡਾਈਜੇਸ਼ਨ ਕਹਿੰਦੇ ਹਾਂ। ਜਾਂ ਦੂਸਰੇ ਤੌਰ ਦੇ ਵਿੱਚ ਇਹਨੂੰ ਕਹਿ ਸਕਦੇ ਹਾਂ, ਦ ਪ੍ਰੋਸੈਸ ਆਫ ਐਸਟੈਬਲਿਸ਼ਿੰਗ ਸੈਟ ਆਫ ਨੋਰਮਸ ਟੂ ਵਿਚ ਵੇਰੀਅਸ ਕਰੈਕਟਰਿਸਟਿਕਸ ਆਫ ਦ ਪ੍ਰੋਡਕਟ ਸ਼ੁੱਡ ਕਨਫਰਮ। ਕਿ ਜਦੋਂ ਅਸੀਂ ਕਿਸੇ ਚੀਜ਼ ਦੀ ਮੈਨੂਫੈਕਚਰਿੰਗ ਕਰਨੀ ਹੈ, ਸਟਾਰਟ ਕਰਨੀ ਹੈ, ਤਾਂ ਅਸੀਂ ਇੱਕ ਨੋਰਮਸ ਦਾ ਸੈੱਟ ਐਸਟੈਬਲਿਸ਼ ਕਰ ਲਿਆ, ਕੁਝ ਰੂਲਸ ਦੇ ਅਸੀਂ ਸੈੱਟ ਬਣਾ ਲਿਆ ਕਿ ਅਸੀਂ ਇਸ ਚੀਜ਼ ਨੂੰ ਫੋਲੋ ਕਰਨਾ ਹੈ। ਟੂ ਵਿਚ ਦ ਵੇਰੀਅਸ ਕਰੈਕਟਰਿਸਟਿਕਸ ਆਫ ਦ ਪ੍ਰੋਡਕਟ ਸ਼ੁੱਡ ਕਨਫਰਮ। ਕਿ ਜੋ ਅਸੀਂ ਪ੍ਰੋਡਕਟ ਪ੍ਰੋਡਿਊਸ ਕਰਨ ਜਾ ਰਹੇ ਹਾਂ ਉਸ ਦੇ ਵੇਰੀਅਸ ਕਰੈਕਟਰਿਸਟਿਕਸ ਉਸਨਾਂ ਰੂਲਸ ਨੂੰ ਫੋਲੋ ਕਰਦੇ ਹੋਣ, ਜਿਨ੍ਹਾਂ ਦੇ ਵਿੱਚ ਅਸੀਂ ਕੁਝ ਇੱਥੇ ਗੱਲ ਕਰਦੇ ਹਾਂ ਜਿਵੇਂ ਕਿ ਡਾਇਮੈਂਸ਼ਨਸ। ਉਸ ਕੰਪੋਨੈਂਟ ਦੀਆਂ ਡਾਇਮੈਂਸ਼ਨਸ ਕੀ ਹੋਣੀਆਂ ਚਾਹੀਦੀਆਂ ਨੇ, ਉਹ ਵੀ ਪ੍ਰੈਸਕ੍ਰਾਈਬਡ ਹੋਣੀਆਂ ਚਾਹੀਦੀਆਂ ਨੇ, ਪਹਿਲਾਂ ਤੋਂ ਹੀ ਡਿਫਾਈਨ ਕੀਤੀਆਂ ਹੋਣੀਆਂ ਚਾਹੀਦੀਆਂ ਨੇ। ਉਹਨਾਂ ਦਾ ਮਟੀਰੀਅਲ ਅਸੀਂ ਕੀ ਯੂਜ਼ ਕਰਨਾ ਹੈ, ਉਹਨਾਂ ਦੀ ਸਰਫੇਸ ਫਿਨਿਸ਼ ਕਿਸ ਤਰ੍ਹਾਂ ਦੀ ਹੋਵੇ, ਉਹਨਾਂ ਦੇ ਟੈਸਟਿੰਗ ਦੇ ਮੈਥਡਸ ਕਿਸ ਤਰ੍ਹਾਂ ਦੇ ਹੋਣ, ਮਾਰਕੀਟਿੰਗ ਦੇ ਮੈਥਡਸ ਕਿਸ ਤਰ੍ਹਾਂ ਦੇ ਹੋਣ, ਪੈਕਿੰਗ ਦੇ ਮੈਥਡਸ ਕਿਸ ਤਰ੍ਹਾਂ ਦੇ ਹੋਣ, ਸਟੋਰਿੰਗ ਮੈਥਡਸ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ, ਵੋਲਿਊਮ ਉਸ ਪ੍ਰੋਡਕਟ ਦਾ ਕਿੰਨਾ ਹੋਵੇ, ਵੇਟ ਕਿੰਨਾ ਹੋਵੇ, ਉਹਨਾਂ ਦੇ ਵਿੱਚ ਅਸੀਂ ਟੋਲਰੈਂਸਿਸ ਕਿਵੇਂ ਰੱਖ ਸਕਦੇ ਹਾਂ, ਉਹਨਾਂ ਦੇ ਅਸੀਂ ਫਿਟਸ ਕਿਸ ਤਰੀਕੇ ਦੇ ਨਾਲ ਅਪਲਾਈ ਕਰ ਸਕਦੇ ਹਾਂ, ਐਂਡ ਉਸਦਾ ਪਾਵਰ ਰੇਟਿੰਗ ਐਕਸੈਟਰਾ। ਇਸ ਤਰ੍ਹਾਂ ਦਾ ਕੁਝ ਸਾਡੇ ਕਰੈਕਟਰਿਸਟਿਕਸ ਨੇ, ਉਹਨਾਂ ਨੂੰ ਅਸੀਂ ਕੰਸੀਡਰ ਕਰਕੇ ਫਿਰ ਉਸ ਚੀਜ਼ ਦਾ ਅਸੀਂ ਡਿਜ਼ਾਈਨ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਸਟੈਂਡਰਡਾਈਜੇਸ਼ਨ ਦੇ ਵਿੱਚ ਹੀ ਅਸੀਂ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ। ਸੋ ਇੱਥੇ ਦੇਖਦੇ ਹਾਂ ਜੀ, ਉਹ ਕੀ ਲਿਖਿਆ ਹੋਇਆ। Standardization is achieved by eliminating unnecessary variations in the type, size and shapes। ਕਿ ਸਟੈਂਡਰਡਾਈਜੇਸ਼ਨ ਕਿਸ ਤਰੀਕੇ ਦੇ ਨਾਲ ਅਚੀਵ ਕੀਤੀ ਜਾ ਸਕਦੀ ਹੈ ਕਿ ਕਿਸੇ ਵੀ ਆਬਜੈਕਟ ਦਾ ਜਦੋਂ ਅਸੀਂ ਡਿਜ਼ਾਈਨ ਕਰਦੇ ਹਾਂ ਕਿਸੇ ਕੰਪੋਨੈਂਟ ਦਾ, ਤਾਂ ਉਸ ਦੇ ਵਿੱਚ ਸਾਨੂੰ ਪਤਾ ਹੈ ਕਿ ਉਸ ਦੇ ਸਾਈਜ਼ ਦੇ ਵਿੱਚ, ਉਸ ਦੀਆਂ ਸ਼ੇਪਸ ਦੇ ਵਿੱਚ ਜਾਂ ਉਸ ਦੀਆਂ ਟਾਈਪਸ ਦੇ ਵਿੱਚ ਕੁਝ ਵੇਰੀਏਸ਼ਨਸ ਆ ਜਾਂਦੀਆਂ ਨੇ। ਤਾਂ ਕੁਝ ਅਨਨੈਸੈਸਰੀ ਜੋ ਵੇਰੀਏਸ਼ਨਸ ਨੇ ਉਹਨਾਂ ਨੂੰ ਅਸੀਂ ਐਲੀਮੀਨੇਟ ਕਰਕੇ ਅਸੀਂ ਸਟੈਂਡਰਡਾਈਜੇਸ਼ਨ ਨੂੰ ਫੋਲੋ ਕਰ ਸਕਦੇ ਹਾਂ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਹੇ ਆ ਕਿ ਅਗਰ ਅਸੀਂ ਕਿਸੇ ਕੰਪੋਨੈਂਟ ਨੂੰ ਸਟੈਂਡਰਡਾਈਜੇਸ਼ਨ ਦੇ ਅਕੋਰਡਿੰਗਲੀ ਡਿਜ਼ਾਈਨ ਕਰਦੇ ਹਾਂ, ਉਸ ਦੇ ਅਕੋਰਡਿੰਗਲੀ ਉਹਦੀ ਮੈਨੂਫੈਕਚਰਿੰਗ ਕਰਦੇ ਹਾਂ, ਤਾਂ ਉਸ ਦੀ ਇਕੋਨਮੀ ਨੂੰ, ਉਸ ਪ੍ਰੋਡਕਟ ਦੀ ਇਕੋਨਮੀ ਨੂੰ ਵੀ ਕਾਫੀ ਹੱਦ ਤੱਕ ਇਹ ਕੰਟਰੋਲ ਕਰਦਾ। ਕਿਸ ਤਰੀਕੇ ਦੇ ਨਾਲ? ਇਕੋਨਮੀ ਆਫ ਮੈਨੂਫੈਕਚਰ, ਰਿਪੇਅਰ ਐਂਡ ਮੇਨਟੇਨੈਂਸ। ਕਿ ਉਸ ਪ੍ਰੋਡਕਟ ਦੀ ਮੈਨੂਫੈਕਚਰਿੰਗ ਦੇ ਉੱਤੇ ਕਾਸਟ ਕਿੰਨੀ ਆਏਗੀ, ਉਸ ਦੀ ਰਿਪੇਅਰ ਦੇ ਉੱਤੇ ਕਿੰਨੀ ਕਾਸਟ ਆਏਗੀ, ਉਸ ਦੀ ਮੇਨਟੇਨੈਂਸ ਦੇ ਉੱਤੇ ਕਿੰਨੀ ਕਾਸਟ ਆਏਗੀ, ਇਸ ਹਰ ਇੱਕ ਚੀਜ਼ ਨੂੰ ਅਸੀਂ ਸਟੈਂਡਰਡਾਈਜੇਸ਼ਨ ਨੂੰ ਫੋਲੋ ਕਰਕੇ ਕੰਟਰੋਲ ਕਰ ਸਕਦੇ ਹਾਂ। ਨੈਕਸਟ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਹੇ ਆ, ਪ੍ਰੋਪਰ ਸਿਲੈਕਸ਼ਨ ਆਫ ਸਟੈਂਡਰਡ ਸਾਈਜ਼ਸ ਇਜ਼ ਆਫ ਗ੍ਰੇਟ ਇੰਪੋਰਟੈਂਸ।
ਕਿ ਜੋ ਪ੍ਰੋਪਰ ਸਿਲੈਕਸ਼ਨ ਹੈ ਕਿਸੇ ਵੀ ਸਟੈਂਡਰਡ ਸਾਈਜ਼ ਦੀ, ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ, ਬਿਕੋਜ਼ ਸਮ ਸਾਈਜ਼ਸ ਆਰ ਨਾਟ ਈਜ਼ੀਲੀ ਐਂਡ ਰੈਡਲੀ ਅਵੇਲੇਬਲ। ਕਿ ਕੁਝ ਸਾਈਜ਼ਸ ਸਾਡੇ ਕੋਲ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਦੋਂ ਮੈਂ ਕਿਸੇ ਚੀਜ਼ ਨੂੰ ਡਿਜ਼ਾਈਨ ਕਰ ਰਿਹਾ ਤਾਂ ਉਸ ਟਾਈਮ ਮੈਂ ਕੁਝ ਸਾਈਜ਼ਸ ਇਸ ਤਰੀਕੇ ਦੇ ਨਾਲ ਡਿਜ਼ਾਈਨ ਕਰ ਲਏ ਕਿ ਉਹ ਈਜ਼ੀਲੀ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੇ, ਉਹਨਾਂ ਨੂੰ ਸਾਨੂੰ ਬਣਾਉਣਾ ਪੈਂਦਾ। ਸੋ ਦ ਆਰਡਰ ਆਫ ਥੀਸ ਸਾਈਜ਼ਸ ਸ਼ੈਲ ਮੀਨ ਮੋਰ ਡਿਲੇ ਐਂਡ ਐਕਸਪੈਂਸ। ਅਗਰ ਉਸ ਚੀਜ਼ ਨੂੰ ਅਸੀਂ ਮੈਨੂਫੈਕਚਰ ਕਰਦੇ ਹਾਂ ਖੁਦ, ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਮੇਰੀ ਮੈਨੂਫੈਕਚਰਿੰਗ ਕਾਸਟ ਵੱਧ ਜਾਏਗੀ, ਮੇਰਾ ਟਾਈਮ ਜ਼ਿਆਦਾ ਲੱਗੇਗਾ, ਜਿਹਦੇ ਨਾਲ ਅਲਟੀਮੇਟਲੀ ਮੇਰੇ ਕੋਲ ਕਾਸਟ ਜਿਹੜੀ ਹੈ ਉਸ ਪ੍ਰੋਡਕਟ ਦੀ ਵੱਧ ਜਾਏਗੀ। ਸੋ ਇਸ ਕਰਕੇ ਸਾਨੂੰ ਕੁਝ ਸਟੈਂਡਰਡ ਸਾਈਜ਼ਸ ਨੂੰ ਹੀ ਫੋਲੋ ਕਰਨਾ ਚਾਹੀਦਾ ਹੈ। ਨੈਕਸਟ ਉਹ ਗੱਲ ਕਰ ਰਹੇ ਆ ਦ ਪਾਰਟਸ ਵਿਚ ਆਰ ਮੈਨੂਫੈਕਚਰਡ and sold in large quantities always cost less than the odd sizes। ਕਿ ਹਮੇਸ਼ਾ ਹੀ ਜਿਹੜੇ ਕੁਝ ਪਾਰਟਸ, ਜਿਹੜੇ ਕੰਪੋਨੈਂਟਸ ਲਾਰਜ ਸਕੇਲ ਦੇ ਉੱਤੇ ਮੈਨੂਫੈਕਚਰ ਕੀਤੇ ਜਾਂਦੇ ਨੇ ਉਹ ਸਸਤੇ ਵੀ ਹੁੰਦੇ ਨੇ, ਔਰ ਜਿਹੜੇ ਕੁਝ ਕੰਪੋਨੈਂਟਸ ਜਿਹੜੇ ਔਡ ਸਾਈਜ਼ਸ ਦੇ ਹੁੰਦੇ ਨੇ, ਜਿਨ੍ਹਾਂ ਨੂੰ ਬਹੁਤ ਰੇਅਰਲੀ ਡਿਜ਼ਾਈਨ ਕੀਤਾ ਜਾਂਦਾ, ਸੋ ਉਹਨਾਂ ਦੀ ਕਾਸਟ ਸਾਡੇ ਕੋਲ ਹਮੇਸ਼ਾ ਹੀ ਜ਼ਿਆਦਾ ਹੁੰਦੀ ਹੈ। ਸੋ ਇਹਨਾਂ ਹੀ ਕੁਝ ਪੁਆਇੰਟਸ ਤੋਂ ਅਸੀਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਸਾਡੇ ਕੋਲ ਸਟੈਂਡਰਡਾਈਜੇਸ਼ਨ ਕਿਸੇ ਵੀ ਕੰਪੋਨੈਂਟ ਦੇ ਡਿਜ਼ਾਈਨ ਨੂੰ ਕਿਸ ਤਰੀਕੇ ਦੇ ਨਾਲ ਇੰਪੈਕਟ ਕਰਦੀ ਹੈ। ਨੈਕਸਟ ਅਸੀਂ ਗੱਲ ਕਰਾਂਗੇ ਕਿ ਜਿਹੜੇ ਡਿਜ਼ਾਈਨਰਸ ਨੇ ਉਹ ਸਟੈਂਡਰਡਸ ਨੂੰ ਕਿਸ ਤਰੀਕੇ ਦੇ ਨਾਲ ਡਿਵਾਈਡ ਕਰਦੇ ਨੇ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ। ਸੋ ਮੇਨਲੀ ਜਿੰਨੇ ਵੀ ਸਟੈਂਡਰਡਸ ਨੇ ਉਹਨਾਂ ਨੂੰ 3 ਕੈਟਾਗਰੀਜ਼ ਦੇ ਵਿੱਚ ਅਸੀਂ ਡਿਵਾਈਡ ਕਰਕੇ ਚੱਲਦੇ ਹਾਂ: ਇੰਟਰਨੈਸ਼ਨਲ ਸਟੈਂਡਰਡਸ, ਨੈਸ਼ਨਲ ਸਟੈਂਡਰਡਸ ਐਂਡ ਕੰਪਨੀ ਸਟੈਂਡਰਡਸ। ਹੁਣ 1 ਬਾਏ 1 ਇਹਨਾਂ ਨੂੰ ਦੇਖਦੇ ਹਾਂ ਕਿ ਇਹਨਾਂ ਦੇ ਵਿੱਚ ਕੀ ਫਰਕ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਸਟੈਂਡਰਡਸ ਦੇ ਬਾਰੇ। ਸੋ ਇੰਟਰਨੈਸ਼ਨਲ ਸਟੈਂਡਰਡਸ ਉਹ ਸਟੈਂਡਰਡਸ ਨੇ ਜਿਹੜੇ ਕਿ ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਦੇ ਦੁਆਰਾ ਸੈਟਅਪ ਕੀਤੇ ਗਏ ਹੋਣ। ਫੋਰ ਐਗਜ਼ਾਮਪਲ ਅਸੀਂ ਕੁਝ ਕੰਪੋਨੈਂਟਸ ਇੰਡੀਆ ਦੇ ਵਿੱਚ ਇੱਥੇ ਮੈਨੂਫੈਕਚਰ ਕਰ ਰਹੇ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਕੁਝ ਕੰਪੋਨੈਂਟਸ ਨੇ, ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਸਾਡਾ ਬਾਈਸਾਈਕਲ ਹੈ, ਬਾਈਸਾਈਕਲ ਨੂੰ ਅਸੀਂ ਚਾਹੁੰਦੇ ਹਾਂ ਕਿ ਇੰਡੀਆ ਦੇ ਵਿੱਚ ਬਣਾ ਕੇ ਅਸੀਂ ਇੱਥੇ ਫੋਰਨ ਦੇ ਵਿੱਚ ਕਿਤੇ ਸੇਲ ਕਰਨਾ, ਤਾਂ ਅਸੀਂ ਉਹ ਚੀਜ਼ ਨੂੰ ਤਾਂ ਹੀ ਸੇਲ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੇ ਕੁਝ ਸਟੈਂਡਰਡਾਈਜੇਸ਼ਨ ਅਸੀਂ ਇਸ ਸੰਸਥਾ ਤੋਂ ਲਈ ਹੋਊਗੀ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਅਬਾਊਟ ਨੈਸ਼ਨਲ ਸਟੈਂਡਰਡਸ ਦੇ ਬਾਰੇ। ਨੈਸ਼ਨਲ ਸਟੈਂਡਰਡਸ ਉਹ ਸਟੈਂਡਰਡਸ ਨੇ ਜਿਹੜੇ ਕਿ ਨੈਸ਼ਨਲ ਲੈਵਲ ਦੇ ਉੱਤੇ ਕਿਸੇ ਪਰਟੀਕੂਲਰ ਕੰਟਰੀ ਦੇ ਵਿੱਚ ਹੀ ਯੂਜ਼ ਕੀਤੇ ਜਾਂਦੇ ਨੇ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਹੈ ਸਾਡੇ ਕੋਲ BIS, ਬਿਊਰੋ ਆਫ ਇੰਡੀਅਨ ਸਟੈਂਡਰਡਸ, ਜਿਹੜੇ ਕਿ ਇੰਡੀਆ ਦੇ ਵਿੱਚ ਹੀ ਅਸੀਂ ਯੂਜ਼ ਕਰਦੇ ਹਾਂ। SAE, ਸੋਸਾਇਟੀ ਆਫ ਆਟੋਮੋਟਿਵ ਇੰਜੀਨੀਅਰਸ, ਇਹ ਸਟੈਂਡਰਡਸ USA ਦੇ ਵਿੱਚ ਹੀ ਯੂਜ਼ ਹੁੰਦੇ ਨੇ। ਉਸ ਤੋਂ ਇਲਾਵਾ ਬ੍ਰਿਟਿਸ਼ ਸਟੈਂਡਰਡਸ UK ਦੇ ਵਿੱਚ ਯੂਜ਼ ਹੁੰਦੇ ਨੇ। ਨੈਕਸਟ ਥਰਡ ਆਪਣੇ ਕੋਲ ਆ ਜਾਂਦੇ ਨੇ ਕੰਪਨੀ ਸਟੈਂਡਰਡਸ। ਕੰਪਨੀ ਸਟੈਂਡਰਡਸ ਉਹ ਸਟੈਂਡਰਡਸ ਨੇ ਜਿਹੜੇ ਕਿ ਪਰਟੀਕੂਲਰ ਕਿਸੇ ਇੰਡਸਟਰੀ ਦੇ ਲਈ ਯੂਜ਼ ਕੀਤੇ ਜਾਂਦੇ ਨੇ, ਕਿਸੇ ਕੰਪਨੀ ਦੇ ਲਈ ਯੂਜ਼ ਕੀਤੇ ਜਾਂਦੇ ਨੇ, ਜਾਂ ਉਸ ਦੀਆਂ ਕੁਝ ਸਿਸਟਰ ਕੰਸਰਨ ਗਰੁੱਪ ਦੇ ਵਾਸਤੇ ਅਸੀਂ ਯੂਜ਼ ਕਰ ਸਕਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਬਜੈਕਟਿਵ ਆਫ ਸਟੈਂਡਰਡਾਈਜੇਸ਼ਨ, ਕਿ ਸਟੈਂਡਰਡਾਈਜੇਸ਼ਨ ਦੇ ਆਬਜੈਕਟਿਵਸ ਕੀ ਹੋ ਸਕਦੇ ਨੇ। ਸੋ its objective is to make the mass production of the component easier, to have interchangeability of the components which can be manufactured in separate specialized plant, resulting reduction in labor requirements and manufacturing cost। कि सपोज मैं किसी इंडस्ट्री ਦੇ ਵਿੱਚ ਮਾਸ ਪ੍ਰੋਡਕਸ਼ਨ ਕਰ ਰਿਹਾ, ਸੇਮ ਤਰ੍ਹਾਂ ਦਾ ਮੇਰਾ ਕੰਪੋਨੈਂਟ ਡਿਜ਼ਾਈਨ ਹੋ ਰਿਹਾ, ਔਰ ਉਸ ਦੀ ਮੈਂ ਕਿਸੇ ਦੂਸਰੇ ਕੰਪੋਨੈਂਟ ਦੇ ਨਾਲ ਅਸੈਂਬਲੀ ਕਰਵਾਉਣੀ ਹੈ ਬਾਅਦ ਦੇ ਵਿੱਚ, ਔਰ ਅਸੈਂਬਲੀ ਤਾਂ ਹੀ ਪੋਸੀਬਲ ਹੈ ਜਦੋਂ ਸਾਡੇ ਕੋਲ ਸਾਰੇ ਕੰਪੋਨੈਂਟ ਜਿਹੜੇ ਅਸੀਂ ਇੱਕ ਜਗ੍ਹਾ ਤੇ ਮੈਨੂਫੈਕਚਰ ਕਰ ਰਹੇ ਹਾਂ ਸਾਰਿਆਂ ਦੇ ਸਾਈਜ਼ਸ ਸੇਮ ਹੋਣਗੇ, ਸੇਮ ਸਟੈਂਡਰਡਸ ਨੂੰ ਫੋਲੋ ਕਰਦੇ ਹੋਏ। ਸੋ ਓਵਰਆਲ ਕੀ ਹੋਏਗਾ, ਰਿਡਕਸ਼ਨ ਇਨ ਲੇਬਰ ਰਿਕੁਆਇਰਮੈਂਟ ਐਂਡ ਮੈਨੂਫੈਕਚਰਿੰਗ ਕਾਸਟ, ਕਿ ਉਹਦੀ ਜਿਹੜੀ ਲੇਬਰ ਰਿਕੁਆਇਰਮੈਂਟ ਹੈ ਉਹ ਵੀ ਘਟੇਗੀ ਤੇ ਮੈਨੂਫੈਕਚਰਿੰਗ ਕਾਸਟ ਵੀ ਉਸਦੀ ਘਟੇਗੀ। ਨੈਕਸਟ ਸਾਡੀ ਟਰਮ ਆ ਰਹੀ ਹੈ ਦੈਟ ਇਜ਼ ਇੰਟਰਚੇਂਜੇਬਿਲਿਟੀ। ਸੋ ਇੰਟਰਚੇਂਜੇਬਿਲਿਟੀ ਟਰਮ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿਸ ਜਗ੍ਹਾ 'ਤੇ ਸਾਡੀ ਮਾਸ ਪ੍ਰੋਡਕਸ਼ਨ ਹੁੰਦੀ ਹੈ ਆਇਡੈਂਟੀਕਲ ਆਈਟਮਸ ਦੀ ਵਿਦ ਇਨ ਪ੍ਰਸਕ੍ਰਾਈਬਡ ਲਿਮਿਟਸ ਆਫ ਸਾਈਜ਼ਸ। ਕਿ ਸਪੋਜ਼ ਮੈਂ ਕੋਈ ਕੰਪੋਨੈਂਟ ਤਿਆਰ ਕਰ ਰਿਹਾ ਔਰ ਕੰਪੋਨੈਂਟਸ ਦੀਆਂ ਮੇਰੇ ਕੋਲ 2 ਐਕਸਟ੍ਰੀਮ ਲਿਮਿਟਸ ਨੇ ਕਿ ਉਹਨਾਂ 2 ਲਿਮਿਟਸ ਦੇ ਅੰਦਰ ਹੀ ਮੈਂ ਮਟੀਰੀਅਲ ਨੂੰ, ਉਸ ਕੰਪੋਨੈਂਟ ਨੂੰ ਤਿਆਰ ਕਰਨਾ, ਤਾਂ ਜਦੋਂ ਉਸ ਕੰਪੋਨੈਂਟ ਨੂੰ ਅਸੀਂ ਨੰਬਰ ਆਫ ਪੀਸਿਸ ਦੇ ਵਿੱਚ ਤਿਆਰ ਕਰਨਾ ਹੋਵੇ, ਮੀਨ ਟੂ ਸੇ ਪਰ ਡੇ ਮੈਂ 7000 8000 ਪੀਸਿਸ ਤਿਆਰ ਕਰ ਰਿਹਾ ਔਰ ਸਾਰੇ ਹੀ ਸਾਰੇ ਕੰਪੋਨੈਂਟਸ ਦਾ ਮੇਰੇ ਕੋਲ ਸਾਈਜ਼, ਸ਼ੇਪ, ਮਟੀਰੀਅਲ ਸਾਰਾ ਕੁਝ ਸੇਮ ਹੈ, ਤਾਂ ਉੱਥੇ ਅਸੀਂ ਗੱਲ ਕਰ ਸਕਦੇ ਹਾਂ ਕਿ ਸਾਡੇ ਕੋਲ ਜੋ ਇੰਟਰਚੇਂਜੇਬਿਲਿਟੀ ਦੀ ਸਾਡੀ ਟਰਮ ਹੈ ਉਹ ਯੂਜ਼ ਹੋ ਰਹੀ ਹੈ ਬਿਕੋਜ਼ ਆਫ, ਕਿਉਂਕਿ ਇੰਟਰਚੇਂਜੇਬਿਲਿਟੀ ਬੇਸਿਕਲੀ ਕੀ ਹੈ ਕਿ ਜਦੋਂ ਅਸੀਂ ਕਿਸੇ 2 ਕੰਪੋਨੈਂਟਸ ਦੀ ਅਸੈਂਬਲੀ ਕਰਦੇ ਹਾਂ, ਤਾਂ ਹੁਣ ਆਪਣੇ ਕੋਲ ਨੰਬਰ ਆਫ ਕੰਪੋਨੈਂਟਸ ਅਸੀਂ ਤਿਆਰ ਕੀਤੇ ਨੇ ਸੇਮ ਡੇ, ਤਾਂ ਉਹਨਾਂ ਦੇ ਵਿੱਚੋਂ ਕੋਈ ਵੀ ਕੰਪੋਨੈਂਟ ਚੱਕ ਕੇ ਅਸੀਂ ਕਿਸੇ ਵੀ ਕੰਪੋਨੈਂਟ ਦੇ ਵਿੱਚ ਫਿੱਟ ਕਰ ਸਕਦੇ ਹਾਂ ਈਜ਼ੀਲੀ,
ਉਹ ਚੀਜ਼ ਕਦੋਂ ਪੋਸੀਬਲ ਹੋਊਗੀ, ਜਦੋਂ ਅਸੀਂ ਸਟੈਂਡਰਡਸ ਨੂੰ ਪ੍ਰੋਪਰ ਫੋਲੋ ਕਰਕੇ ਉਹ ਚੀਜ਼ ਕਰਾਂਗੇ। ਸੋ ਇੰਟਰਚੇਂਜੇਬਿਲਟੀ ਕੀ ਹੈ ਕਿ ਇੱਕ ਦੂਸਰੇ ਦੇ ਵਿੱਚ ਅਸੀਂ ਪੀਸਿਸ ਨੂੰ ਇੰਟਰਚੇਂਜ ਕਰ ਸਕਦੇ ਹਾਂ, ਕਦੇ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਇੱਕ ਨੂੰ ਰਿਪਲੇਸ ਕਰਕੇ ਦੂਸਰੇ ਨੂੰ ਯੂਜ਼ ਕਰ ਸਕਦੇ ਹਾਂ। ਹੁਣ ਮੰਨ ਕੇ ਚੱਲੋ ਕਿ ਦੋ ਕੰਪੋਨੈਂਟਸ ਨੇ, ਉਹਨਾਂ ਦੀ ਮੈਂ ਅਸੈਂਬਲੀ ਕਰਨੀ ਆ, ਤਾਂ ਉਹ ਅਸੈਂਬਲੀ ਉਦੋਂ ਹੀ ਹੋ ਪਾਊਗੀ ਜਦੋਂ ਉਹਨਾਂ ਨੂੰ ਅਕੋਰਡਿੰਗ ਟੂ देयर ਟੋਲਰੈਂਸਿਸ, ਅਕੋਰਡਿੰਗ ਟੂ देयर ਸਾਈਜ਼ਸ ਪ੍ਰੋਪਰਲੀ ਤਿਆਰ ਕੀਤਾ ਹੋਊਗਾ। ਔਰ ਜਦੋਂ ਸਾਰੇ ਹੀ ਕੰਪੋਨੈਂਟਸ ਅਸੀਂ ਅਕੋਰਡਿੰਗ ਟੂ ਦੈਟ ਸਟੈਂਡਰਡ ਤਿਆਰ ਕਰਾਂਗੇ ਤਾਂ ਉਸ ਜਗ੍ਹਾ 'ਤੇ ਜੋ ਇਹਨਾਂ ਦੀ ਆਪਸ ਦੇ ਵਿੱਚ ਇੰਟਰਚੇਂਜੇਬਿਲਟੀ ਦੀ ਕਪੈਸਿਟੀ ਹੋਊਗੀ ਉਸ ਨੂੰ ਅਸੀਂ ਇੰਟਰਚੇਂਜੇਬਿਲਟੀ ਕਹਾਂਗੇ ਕਿ ਆਪਸ ਦੇ ਵਿੱਚ ਉਹ ਇੰਟਰਚੇਂਜ ਹੋ ਸਕਦੇ ਨੇ। ਨੈਕਸਟ ਇਸੇ ਚੀਜ਼ ਨੂੰ ਅਸੀਂ ਇੱਥੇ ਪੜ੍ਹ ਕੇ ਦੇਖਦੇ ਹਾਂ। The ability to select the component for assembly at random and fit them together within proper tolerances, which results in huge saving in cost of production। ਕਿ ਜਿਵੇਂ ਕਿ ਹੁਣੀ ਅਸੀਂ ਡਿਸਕਸ ਕੀਤਾ ਸੀਗਾ ਕਿ ਰੈਂਡਮਲੀ ਮੈਂ ਕੋਈ ਪੀਸ ਨੂੰ ਉਠਾਇਆ, ਉਸ ਨੂੰ ਮੈਂ ਦੂਸਰੇ ਪੀਸ ਦੇ ਵਿੱਚ ਅਸੈਂਬਲ ਕਰਨ ਦੇ ਲਈ ਫਿੱਟ ਕਰਤਾ ਤਾਂ ਉਹ ਈਜ਼ੀਲੀ ਫਿੱਟ ਹੋ ਸਕਦਾ। ਉੱਥੇ ਕੋਈ ਪੱਕਾ ਨੰਬਰ ਨਹੀਂ ਅਸੀਂ ਉੱਪਰ ਲਾਇਆ ਕਿ ਇਸ ਨੰਬਰ ਦੇ ਨਾਲ ਆਹੀ ਨੰਬਰ ਅਟੈਚ ਹੋਊਗਾ, ਕੋਈ ਆਇਡੈਂਟੀਟੀ ਨਹੀਂ ਦਿੱਤੀ ਉਹਨੂੰ। ਸਿੰਪਲੀ ਅਸੀਂ ਕੀ ਕੀਤਾ, ਪੂਰੇ ਬਲਕ ਲੋਟ ਦੇ ਵਿੱਚੋਂ ਅਸੀਂ ਕੋਈ ਵੀ ਇੱਕ ਕੰਪੋਨੈਂਟ ਚੱਕਿਆ, ਉਹਨੂੰ ਦੂਸਰੇ ਲੋਟ ਦੇ ਕੰਪੋਨੈਂਟ ਦੇ ਨਾਲ ਅਸੀਂ ਜਦੋਂ ਅਸੈਂਬਲ ਕਰਨਾ ਤਾਂ ਅਸੀਂ ਈਜ਼ੀਲੀ ਫਿੱਟ ਕਰ ਸਕਦੇ ਹਾਂ, ਈਜ਼ੀਲੀ ਉਹ ਫਿੱਟ ਹੋ ਪਾ ਰਿਹਾ। ਸੋ ਇਸ ਤਰ੍ਹਾਂ ਦੀ ਜੋ ਪ੍ਰੋਪਰਟੀ ਆ ਰਹੀ ਹੈ ਸਾਹਮਣੇ, ਇਸ ਤਰ੍ਹਾਂ ਦੀ ਜੋ ਐਬਿਲਿਟੀ ਮਟੀਰੀਅਲਸ ਦੀ ਸਾਹਮਣੇ ਆ ਰਹੀ ਹੈ, ਕੰਪੋਨੈਂਟਸ ਦੀ ਸਾਹਮਣੇ ਆ ਰਹੀ ਹੈ, ਇਹ ਚੀਜ਼ ਕਾਹਦੇ ਕਰਕੇ ਆ, ਸਟੈਂਡਰਡਾਈਜੇਸ਼ਨ ਕਰਕੇ ਆ। ਉਸ ਨੂੰ ਅਸੀਂ ਕਹਿੰਦੇ ਹਾਂ ਇੰਟਰਚੇਂਜੇਬਿਲਟੀ। ਨੈਕਸਟ ਉਹ ਇਸੇ ਚੀਜ਼ ਨੂੰ ਹੀ ਐਕਸਪਲੇਨ ਕਰ ਰਿਹਾ। ਇੰਟਰਚੇਂਜੇਬਿਲਟੀ ਹੈਜ਼ ਬਿਕਮ ਐਨ ਐਸੈਂਸ਼ੀਅਲ ਫੀਚਰ ਇਨ ਇੰਡਸਟਰੀ ਡਿਊ ਟੂ ਸਟੈਂਡਰਡਾਈਜੇਸ਼ਨ। ਕਿ ਸਟੈਂਡਰਡਾਈਜੇਸ਼ਨ ਕਰਕੇ ਇੰਟਰਚੇਂਜੇਬਿਲਟੀ ਜੋ ਹੈ ਅੱਜ ਦੇ ਟਾਈਮ ਦੇ ਵਿੱਚ ਇੰਡਸਟਰੀ ਦੀ ਇੱਕ ਐਸੈਂਸ਼ੀਅਲ ਫੀਚਰ ਬਣ ਗਿਆ, ਜੋ ਕਿ ਹਰ ਇੰਡਸਟਰੀ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ। ਸੋ ਇਸੇ ਚੀਜ਼ ਨੂੰ ਹੀ ਹੁਣ ਇੰਟਰਚੇਂਜੇਬਿਲਟੀ ਨੂੰ ਅਸੀਂ ਕੁਝ ਇੱਕ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਇੱਕ ਡਾਇਗਰਾਮ ਸ਼ੋ ਹੋ ਰਿਹਾ ਜੋ ਕਿ ਰਿਪਰੈਜ਼ੈਂਟ ਕਰ ਰਿਹਾ ਮੇਰੇ ਕੋਲ ਇੱਕ ਹੋਲ ਐਂਡ ਇੱਕ ਸ਼ਾਫਟ। ਕਿ ਸਪੋਜ਼ ਇਸ ਜਗ੍ਹਾ 'ਤੇ ਮੈਂ ਹੁਣ ਕੀ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਪੋਜ਼ ਜਦੋਂ ਮੇਰੇ ਕੋਲ ਦੋ ਕੰਪੋਨੈਂਟਸ ਨੂੰ ਆਪਸ ਦੇ ਵਿੱਚ ਅਸੀਂ ਮੇਟ ਕਰਨਾ ਹੈ, ਉਹਨਾਂ ਦੀ ਅਸੈਂਬਲੀ ਕਰਨੀ ਆ, ਉਹ ਚੀਜ਼ ਦੀ ਪੋਸੀਬਿਲਿਟੀ ਤਾਂ ਹੀ ਹੋ ਸਕਦੀ ਆ ਜਦੋਂ ਇਹ ਚੀਜ਼ ਫੋਲੋ ਹੋਊਗੀ। ਜਿਵੇਂ ਕਿ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਹੋਲ ਜੋ ਲਿਆ ਹੈ ਉਸ ਦਾ ਸਾਈਜ਼ ਲੈ ਲਿਆ 28 mm ਔਰ ਉਹਦੀਆਂ ਦੋ ਜੋ ਲਿਮਿਟਸ ਦੇਤੀਆਂ ਉਹ ਦੇਤੀਆਂ ਦੋਨੋਂ ਹੀ ਪਲੱਸ ਦੇ ਵਿੱਚ ਦੇਤੀਆਂ 0.06 ਐਂਡ 0.02। ਔਰ ਇਸ ਕੇਸ ਦੇ ਵਿੱਚ ਜੋ ਸਾਡਾ ਟੋਲਰੈਂਸ ਜ਼ੋਨ ਬਣੇਗਾ ਉਹ ਬਣ ਜਾਏਗਾ 0.04 mm। ਔਰ ਦੂਸਰੇ ਕੇਸ ਦੇ ਵਿੱਚ ਜੋ ਸਾਡੀ ਸ਼ਾਫਟ ਹੈ, ਸ਼ਾਫਟ ਨੂੰ ਮੈਂ ਲਿਆ ਹੈ 28 ਬੇਸਿਕ ਸਾਈਜ਼ ਹੈ, ਉਹਦੇ ਨਾਲ ਜੋ ਮੇਰੇ ਕੋਲ ਦੋ ਲਿਮਿਟਸ ਦਿੱਤੀਆਂ ਹੋਈਆਂ ਨੇ ਦੋਨੋਂ ਦੀ ਦੋਨੋਂ ਮਾਈਨਸ ਦੇ ਵਿੱਚ ਹੈ। ਯੂਨੀਲੇਟਰਲ ਸਿਸਟਮ ਮੈਂ ਇੱਥੇ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। तो माइनस ਦੇ ਵਿੱਚ 0.04 ਐਂਡ ਮਾਈਨਸ ਦੇ ਵਿੱਚ ਹੀ ਦੂਸਰੀ 0.01 ਔਰ ਇਸ ਕੇਸ ਦੇ ਵਿੱਚ ਮੇਰਾ ਜੋ ਟੋਲਰੈਂਸ ਜ਼ੋਨ ਆ ਗਿਆ ਉਹ ਆ ਗਿਆ 0.03 mm। ਤਾਂ ਇਸ ਕੇਸ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਸ਼ਾਫਟ ਦੇ ਵਿੱਚ ਅਲੱਗ ਤੋਂ ਐਂਡ ਹੋਲ ਦੇ ਵਿੱਚ ਅਲੱਗ ਤੋਂ ਜੋ ਅਸੀਂ ਇਹ ਦੋਨੋਂ ਹੀ ਪੀਸ ਤਿਆਰ ਕਰਨੇ ਨੇ, ਉਹਨਾਂ ਦੀਆਂ ਜੋ ਸਾਡੀਆਂ ਰਿਕੁਆਇਰਮੈਂਟਸ ਨੇ ਕਿ ਇਹ ਜੋ ਮੇਰਾ ਸਾਈਜ਼ ਹੈ ਹੋਲ ਦਾ ਉਹ 28.06 ਤੋਂ ਲੈ ਕੇ 28.02 ਤੱਕ ਵੇਰੀ ਕਰ ਸਕਦਾ। ਔਰ ਜਦੋਂ ਸਾਨੂੰ ਪਤਾ ਕਿ ਅਸੀਂ ਕਿਸੇ ਵੀ ਕੰਪੋਨੈਂਟ ਦੀ ਮੈਨੂਫੈਕਚਰਿੰਗ ਕਰਦੇ ਹਾਂ, ਉਸ ਚੀਜ਼ ਦੀ ਫੈਬਰੀਕੇਸ਼ਨ ਹੁੰਦੀ ਆ, ਤਾਂ ਉਸ ਟਾਈਮ ਸਾਡੇ ਕੋਲ ਕੁਛ ਨਾ ਕੁਛ ਐਰਰਸ ਆਉਣ ਕਰਕੇ ਸਾਡੇ ਕੋਲ ਐਗਜ਼ੈਕਟ ਸਾਈਜ਼ ਨਹੀਂ ਬਣ ਪਾਉਂਦਾ। ਸੋ ਉਸ ਕਰਕੇ ਅਸੀਂ ਕੀ ਕੀਤਾ, ਇੱਥੇ ਦੋ ਲਿਮਿਟਸ ਲੈ ਲਈਆਂ। ਸੋ ਇਹਨਾਂ ਲਿਮਿਟਸ ਦੇ ਇਨ ਬਿਟਵੀਨ ਅਗਰ ਮੇਰਾ ਸਾਈਜ਼ ਲਾਈ ਕਰੂਗਾ ਹੋਲ ਦਾ ਤਾਂ ਉਹ ਸਹੀ ਐਗਜ਼ੈਕਟ ਮੰਨਿਆ ਜਾਊਗਾ। ਇਸੇ ਤਰ੍ਹਾਂ ਹੀ ਸ਼ਾਫਟ ਦੇ ਕੇਸ ਦੇ ਵਿੱਚ ਕਿ ਸ਼ਾਫਟ ਦੀਆਂ ਦੋ ਜੋ ਲਿਮਿਟਸ ਲਈਆਂ ਨੇ ਇਨ ਬਿਟਵੀਨ ਉਸ ਦੇ ਅਗਰ ਅਸੀਂ ਸਾਈਜ਼ ਤਿਆਰ ਕਰ ਰਹੇ ਹਾਂ ਤਾਂ ਮੇਰਾ ਸਾਈਜ਼ ਐਕੂਰੇਟ ਮੰਨਿਆ ਜਾਊਗਾ, ਜਿਹਦਾ ਟੋਲਰੈਂਸ ਜ਼ੋਨ ਸਾਨੂੰ 0.03 mm ਦਿੱਤਾ ਗਿਆ। ਸੋ ਐਜ਼ ਪਰ ਅਕੋਰਡਿੰਗ ਟੂ ਦੈਟ ਜਦੋਂ ਅਸੀਂ ਇਹਨਾਂ ਦੀ ਫਿਟਿੰਗ ਕਰਾਵਾਂਗੇ ਆਪਸ ਦੇ ਵਿੱਚ ਤਾਂ ਉਹ ਸਾਡੀ ਜੋ ਆਏਗੀ ਐਗਜ਼ੈਕਟ ਪ੍ਰੋਪਰ ਹੋਏਗੀ। ਮਤਲਬ ਕਿ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਪ੍ਰੀ ਡਿਸਕ੍ਰਾਈਬ ਕਰਕੇ ਪੀਸ ਨੂੰ ਤਿਆਰ ਕਰਾਂਗੇ ਤਾਂ ਉਹਨਾਂ ਦੀ ਫਿਟਿੰਗ ਪ੍ਰੋਪਰ ਹੋਊਗੀ ਹੀ ਹੋਊਗੀ। ਸੋ ਇਸ ਤਰੀਕੇ ਦੇ ਨਾਲ ਜੋ ਸਾਡੇ ਪੀਸ ਤਿਆਰ ਹੋਣਗੇ ਉਹਨਾਂ ਨੂੰ ਕਾਊਂਟ ਕਰਾਂਗੇ ਕਿ ਇਸ ਜਗ੍ਹਾ 'ਤੇ ਜੋ ਸਾਡੀ ਰਿਪੀਟੇਬਿਲਿਟੀ ਆਫ ਅਸੈਂਬਲੀ ਆ ਰਹੀ ਹੈ ਉਸ ਨੂੰ ਅਸੀਂ ਇੰਟਰਚੇਂਜੇਬਿਲਿਟੀ ਕਾਊਂਟ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਹੋਲ ਹੋਵੇ, ਕਿਸੇ ਵੀ ਤਰ੍ਹਾਂ ਦਾ ਸ਼ਾਫਟ ਹੋਵੇ, ਜਿਨ੍ਹਾਂ ਦੇ ਦੋਨੋਂ ਸਾਈਜ਼ਸ ਸਾਡੇ ਕੋਲ ਇਹਨਾਂ ਦੋ ਲਿਮਿਟਸ ਦੇ ਇਨ ਬਿਟਵੀਨ ਲਾਈ ਕਰਦੇ ਹੋਣ ਤਾਂ ਉਹਨਾਂ ਦੀ ਅਸੈਂਬਲੀ 100% ਹੋਊਗੀ ਹੀ ਹੋਊਗੀ। ਔਰ ਉਹਨੂੰ ਅਸੀਂ ਕਾਊਂਟ ਕਰਦੇ ਹਾਂ ਇੰਟਰਚੇਂਜੇਬਿਲਿਟੀ।
ਨੈਕਸਟ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਕਿ ਆਪਣੇ ਕੋਲ ਇੰਟਰਚੇਂਜੇਬਿਲਟੀ ਦੇ ਕੁਝ ਸਪੈਸੀਫਿਕੇਸ਼ਨਸ ਨੇ, ਹਾਈਲਾਈਟਸ ਨੇ ਇਹਨਾਂ ਦੇ, ਕਿ ਜਿਵੇਂ ਪਹਿਲਾਂ ਉਹ ਗੱਲ ਕਰ ਰਿਹਾ, ਜਿਵੇਂ ਜਿਵੇਂ ਸਾਡੀ ਐਕੂਰੇਸੀ ਵੱਧਦੀ ਜਾਏਗੀ ਤਾਂ ਉਸ ਦੀ ਟਾਈਮ ਤੇ ਕਾਸਟ ਵੀ ਵੱਧਦੀ ਜਾਏਗੀ। ਈਵਨ ਵਿਦ ਦ ਹਾਇਰ ਐਕੂਰੇਸੀ ਸਮਾਲ ਵੇਰੀਏਸ਼ਨਸ ਵਿਲ ਬੀ ਦੇਅਰ ਡਿਊ ਟੂ ਸਮ ਐਰਰਸ, ਕਿ ਜਿੰਨੀ ਮਰਜ਼ੀ ਅਸੀਂ ਐਕੂਰੇਸੀ ਹਾਈ ਰੱਖ ਲਈਏ, ਕੁਛ ਨਾ ਕੁਛ ਉਹਨੇ ਦੇ ਅੰਦਰ ਸਮਾਲ ਵੇਰੀਏਸ਼ਨਸ ਆ ਹੀ ਜਾਂਦੀਆਂ ਨੇ ਸਾਈਜ਼ਸ ਤਿਆਰ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਐਰਰਸ ਹੁੰਦੇ ਹੀ ਹੁੰਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਓਵਰਕਮ ਕਰਨ ਦੇ ਲਈ ਅਸੀਂ ਕੁਛ ਉਹਨਾਂ ਦੇ ਵਿੱਚ ਲਿਮਿਟਸ ਦਿੰਦੇ ਹਾਂ, ਔਰ ਉਹਨਾਂ ਲਿਮਿਟਸ ਦੇ ਵਿੱਚ ਜਦੋਂ ਅਸੀਂ ਪੀਸ ਨੂੰ ਤਿਆਰ ਕਰਦੇ ਹਾਂ ਤਾਂ ਉਹਨੂੰ ਅਸੀਂ ਕਾਊਂਟ ਕਰਦੇ ਹਾਂ ਇੰਟਰਚੇਂਜੇਬਿਲਟੀ। To accommodate these variations, tolerances are provided in the parts which make the parts interchangeable, ਜਿਵੇਂ ਕਿ ਹੁਣੀ ਅਸੀਂ ਡਿਸਕਸ ਕੀਤਾ। ਅਗਲੀ ਸਾਡੀ ਟਰਮ ਆ ਰਹੀ ਹੈ ਜੀ ਐਰਗੋਨਮਿਕਸ। ਐਰਗੋਨਮਿਕਸ ਬੇਸਿਕਲੀ ਕੀ ਹੈ? The study of man-machine relationship is termed as ergonomics, ਕਿ ਕਿਸੇ ਵੀ ਮਸ਼ੀਨ ਤੇ ਉਸ ਨੂੰ ਯੂਜ਼ ਕਰਨ ਵਾਲੇ ਵਰਕਰ ਦੇ ਵਿੱਚ ਜੋ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋਏਗਾ ਉਸ ਨੂੰ ਅਸੀਂ ਐਰਗੋਨਮਿਕਸ ਕਾਊਂਟ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਵਰਕਰ ਮਸ਼ੀਨ ਚਲਾ ਰਿਹਾ, ਉਹ ਕਿੰਨਾ ਈਜ਼ੀਲੀ ਉਸ ਮਸ਼ੀਨ ਨੂੰ ਆਪਰੇਟ ਕਰ ਪਾ ਰਿਹਾ। ਇੱਕ ਡਰਾਈਵਰ ਗੱਡੀ ਚਲਾ ਰਿਹਾ, ਉਹ ਕਿੰਨਾ ਈਜ਼ੀਲੀ ਕਿੰਨਾ ਸੇਫਲੀ ਉਸ ਗੱਡੀ ਨੂੰ ਡਰਾਈਵ ਕਰ ਪਾ ਰਿਹਾ, ਔਰ ਕਿੰਨੇ ਉਹਦੇ ਕੰਟਰੋਲਸ ਇਨ ਹੈਂਡ ਹੈਗੇ ਨੇ। ਹੁਣ ਕੋਈ ਵਰਕਰ ਸਾਡੇ ਕੋਲ ਮਸ਼ੀਨ 'ਤੇ ਕੰਮ ਕਰ ਰਿਹਾ, ਉਹਨੂੰ ਪ੍ਰੋਪਰ ਲਾਈਟਿੰਗ ਨਹੀਂ ਪ੍ਰੋਵਾਈਡ ਹੋ ਰਹੀ, ਜਾਂ ਸਪੋਜ਼ ਕਰ ਲਓ ਉਸ ਦਾ ਜੋ ਮਸ਼ੀਨ ਦਾ ਔਨ ਆਫ ਸਵਿਚ ਹੈ ਜਾਂ ਉਸ ਮਸ਼ੀਨ ਦੇ ਹੋਰ ਕੰਟਰੋਲਸ ਨੇ ਉਹ ਥੋੜ੍ਹੀ ਦੂਰ ਨੇ ਜਾਂ ਕਿੰਨੀ ਨੇੜੇ ਨੇ, ਕਿੰਨਾ ਫਿਜ਼ੀਬਲੀ ਉਸ ਚੀਜ਼ ਨੂੰ ਉਹ ਆਪਰੇਟ ਕਰ ਪਾ ਰਿਹਾ, ਡਰਾਈਵ ਕਰ ਪਾ ਰਿਹਾ, ਉਸ ਨੂੰ ਅਸੀਂ ਕਾਊਂਟ ਕਰਦੇ ਹਾਂ ਐਰਗੋਨਮਿਕਸ। ਇਟ ਇਜ਼ ਕੋਰਿਲੇਟਿਡ ਟੂ ਦ ਨੈਚੁਰਲ ਲਾਜ਼ ਆਫ ਵਰਕ, ਕਿ ਇਹ ਸਾਡੇ ਕੋਲ ਕੋਰਿਲੇਟ ਕਰਦੀ ਹੈ ਨੈਚੁਰਲ ਲਾਅ ਆਫ ਵਰਕ, ਕਿ ਨੈਚੁਰਲੀ ਅਸੀਂ ਕਿਸੇ ਚੀਜ਼ ਨੂੰ ਜਦੋਂ ਕੰਮ ਕਰਦੇ ਹਾਂ, ਇੱਕ ਹੈ ਕਿਸੇ ਚੀਜ਼ ਨੂੰ ਧੱਕੇ ਨਾਲ ਕਰਨਾ, ਇੱਕ ਹੈ ਕਿ ਉਸੇ ਚੀਜ਼ ਨੂੰ ਇੰਟਰਸਟ ਲੈ ਕੇ ਕਰਨਾ, ਨੈਚੁਰਲ ਤਰੀਕੇ ਦੇ ਨਾਲ ਕਰਨਾ। ਸੋ ਇਹ ਕੋਰਿਲੇਟ ਕਰਦੀ ਹੈ ਕਿ ਨੈਚੁਰਲ ਲਾਜ਼ ਆਫ ਵਰਕ ਦੇ ਨਾਲ ਕੋਰਿਲੇਟ ਕਰਕੇ ਅਸੀਂ ਕਿਸ ਤਰੀਕੇ ਦੇ ਨਾਲ ਮੈਨ ਮਸ਼ੀਨ ਤੇ ਰਿਲੇਸ਼ਨਸ਼ਿਪ ਨੂੰ ਐਸਟੈਬਲਿਸ਼ ਕਰਵਾਈਏ। ਦ ਸਟੱਡੀ ਆਫ ਐਪਲੀਕੇਸ਼ਨ ਆਫ ਐਨਾਟੋਮੀਅਲ, ਸਾਈਕੋਲੋਜੀਕਲ ਐਂਡ ਫਿਜ਼ੀਓਲੋਜੀਕਲ ਪ੍ਰਿੰਸੀਪਲਸ, ਕਿ ਇਸ ਕੇਸ ਦੇ ਵਿੱਚ ਅਸੀਂ ਪ੍ਰੈਕਟੀਕਲੀ ਐਪਲੀਕੇਸ਼ਨਸ ਨੂੰ ਅਪਲਾਈ ਕਰਨਾ, ਕਿ ਐਨਾਟੋਮੀਕਲ ਤੇ ਸਾਈਕੋਲੋਜੀਕਲ ਤੇ ਫਿਜ਼ੀਓਲੋਜੀਕਲ ਜੋ ਪ੍ਰਿੰਸੀਪਲਸ ਨੇ ਉਸ ਚੀਜ਼ ਨੂੰ ਕਰਨ ਦੇ, ਕਿ ਮੈਨ ਮਸ਼ੀਨ ਜਿਹੜਾ ਇੱਕ ਰਿਲੇਸ਼ਨ ਅਸੀਂ ਇਸਟੈਬਲਿਸ਼ ਕਰਨਾ, ਉਸ ਦੇ ਵਿੱਚ ਇਹਨਾਂ ਪ੍ਰਿੰਸੀਪਲ ਦਾ ਯੂਜ਼ ਕਰਕੇ ਜਦੋਂ ਅਸੀਂ ਉਸ ਚੀਜ਼ ਨੂੰ ਯੂਜ਼ ਕਰਵਾਉਣਾ ਆ, ਉਸ ਨੂੰ ਡਿਜ਼ਾਈਨ ਕਰਨਾ, ਉਸ ਕੰਪੋਨੈਂਟ ਨੂੰ, ਉਸ ਮਸ਼ੀਨ ਨੂੰ, ਉਹਦੇ ਨਾਲ ਕੋਰਿਲੇਟ ਕਰਦੀ ਹੈ। ਟੂ ਸੋਲਵ ਦ ਪ੍ਰੋਬਲਮਸ ਅਰਾਈਜ਼ਿੰਗ ਫਰੋਮ ਦ ਮੈਨ ਮਸ਼ੀਨ ਰਿਲੇਸ਼ਨਸ਼ਿਪ, ਕਿ ਮੈਨ ਮਸ਼ੀਨ ਰਿਲੇਸ਼ਨਸ਼ਿਪ ਤੋਂ ਕੁਝ ਜਿਹੜੀਆਂ ਸਾਡੇ ਕੋਲ ਪ੍ਰੋਬਲਮਸ ਕੁਝ ਜਨਰੇਟ ਹੋ ਰਹੀਆਂ ਨੇ, ਉਹਨਾਂ ਨੂੰ ਸੋਲਵ ਆਊਟ ਕਰਕੇ ਉਹਨਾਂ ਦਾ ਯੂਜ਼ ਕਰਵਾਉਣਾ, ਉਹਨਾਂ ਨੂੰ ਦੁਬਾਰਾ ਰੀਡਿਜ਼ਾਈਨ ਕਰਨਾ, ਇਹ ਵੀ ਐਰਗੋਨਮਿਕਸ ਦਾ ਹੀ ਪਾਰਟ ਹੈ। ਨੈਕਸਟ ਅਸੀਂ ਕੁਝ ਗੱਲ ਕਰਦੇ ਹਾਂ ਆਬਜੈਕਟਿਵਸ ਦੇ ਬਾਰੇ, ਕਿ ਐਰਗੋਨਮਿਕਸ ਦੇ ਕੁਝ ਆਬਜੈਕਟਿਵਸ ਕੀ ਨੇ। ਟੂ ਮੇਕ ਅ ਮਸ਼ੀਨ ਫਿਟ ਫॉर ਦ ਯੂਜ਼ਰ ਰੈਦਰ ਦੈਨ ਟੂ ਮੇਕ ਦ ਯੂਜ਼ਰ ਅਡੈਪਟ ਹਿਮਸੈਲਫ ਟੂ ਦ ਮਸ਼ੀਨ। ਕੀ ਮਤਲਬ ਹੈ ਜੀ ਇਹਦਾ? ਕਿ ਅਸੀਂ ਕੁਝ ਇਸ ਤਰੀਕੇ ਦੇ ਨਾਲ ਮਸ਼ੀਨ ਨੂੰ ਡਿਜ਼ਾਈਨ ਕਰਨਾ ਕਿ ਉਹ ਜੋ ਬੰਦਾ ਹੈ, ਜੋ ਸਾਡਾ ਡਰਾਈਵਰ ਹੈ ਜਾਂ ਸਾਡਾ ਯੂਟਿਲਾਈਜ਼ਰ ਹੈ, ਉਸ ਚੀਜ਼ ਨੂੰ ਅੱਛੇ ਤਰੀਕੇ ਦੇ ਨਾਲ ਯੂਟਿਲਾਈਜ਼ ਕਰ ਪਾਵੇ। ਉਹਨੂੰ ਇਸ ਤਰੀਕੇ ਨਾਲ ਮਸ਼ੀਨ ਨੂੰ ਡਿਜ਼ਾਈਨ ਕਰਨਾ, ਨਾ ਕਿ ਜਿਸ ਤਰੀਕੇ ਨਾਲ ਅਸੀਂ ਮਸ਼ੀਨ ਡਿਜ਼ਾਈਨ ਕਰਤੀ ਉਹ ਯੂਜ਼ਰ, ਉਹ ਅਡੈਪਟਰ ਉਸ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਉੱਦਾਂ ਦਾ ਢਾਲ ਲਵੇ। ਸੋ ਇਸ ਤਰੀਕੇ ਨਾਲ ਕਿਸੇ ਵੀ ਮਸ਼ੀਨ ਕੰਪੋਨੈਂਟ ਨੂੰ ਡਿਜ਼ਾਈਨ ਕਰਨਾ ਕਿ ਉਹ ਹਿਊਮਨ ਕੰਫਰਟ ਦੇ ਰਿਲੇਟਿਡ ਹੋਵੇ, ਉਸ ਦੇ ਅਕੋਰਡਿੰਗਲੀ ਹੋਵੇ। ਅਗਲੇ ਪੁਆਇੰਟ 'ਚੋਂ ਗੱਲ ਕਰ ਰਿਹਾ, ਇਟ ਏਮਸ ਟੂ ਡਿਕਰੀਜ਼ ਦ ਫਿਜ਼ੀਕਲ ਐਂਡ ਮੈਂਟਲ ਸਟ੍ਰੈਸਿਸ ਆਫ ਦ ਯੂਜ਼ਰ, ਕਿ ਉਸ ਨੂੰ, ਉਸ ਕੰਪੋਨੈਂਟ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਜਾਵੇ ਤਾਂ ਕਿ ਜਿਹੜਾ ਉਹਨੂੰ ਯੂਜ਼ ਕਰਨ ਵਾਲਾ ਯੂਜ਼ਰ ਹੈ ਉਸ ਦਾ ਫਿਜ਼ੀਕਲ ਐਂਡ ਮੈਂਟਲ ਜੋ ਸਟ੍ਰੈਸ ਹੈ ਉਹ ਬਿਲਕੁਲ ਜ਼ੀਰੋ ਦੇ ਬਰਾਬਰ ਹੋਵੇ, ਨਾ ਮਾਤਰ ਹੋਵੇ। ਨੈਕਸਟ ਕੁਝ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਕੁਝ ਡਿਸਕਸ ਕੀਤਾ ਹੈ। ਕਹਿ ਰਿਹਾ ਜੀ, ਵਾਈਲ ਡਿਜ਼ਾਈਨਿੰਗ ਅ ਕਾਰ ਫੋਲੋਇੰਗ ਫੈਕਟਰਸ ਆਰ ਕੰਸੀਡਰਡ। ਸਭ ਤੋਂ ਪਹਿਲਾਂ ਗੱਲ ਕਰ ਰਿਹਾ ਐਨਾਟੋਮੀਅਲ ਫੈਕਟਰ ਇਨ ਦ ਡਿਜ਼ਾਈਨ ਆਫ ਡਰਾਈਵਰ ਸੀਟ, ਕਿ ਜਦੋਂ ਅਸੀਂ ਡਰਾਈਵਰ ਦੀ ਸੀਟ ਨੂੰ ਡਿਜ਼ਾਈਨ ਕਰਨਾ ਤਾਂ ਉਸ ਟਾਈਮ ਅਸੀਂ ਬਹੁਤ ਧਿਆਨ ਰੱਖਣਾ ਕਿ ਕਿਸੇ ਵੀ ਹਾਈਟ ਦਾ, ਕਿਸੇ ਵੀ ਏਜ ਦਾ, ਕਿਸੇ ਵੀ weight ਦਾ ਜੋ ਡਰਾਈਵਰ ਹੈ ਉਹ ਈਜ਼ੀਲੀ ਉਸ ਕਾਰ ਨੂੰ ਆਪਰੇਟ ਕਰ ਸਕੇ। ਸਾਰੇ ਜੋ ਉਹਦੇ ਕੰਟਰੋਲਸ ਨੇ ਉਹਦੇ ਇਨ ਕਵਰ ਹੋਣ, ਉਹਦੇ ਨੇੜੇ ਹੋਣ,
ਉਸ ਤਰੀਕੇ ਦੇ ਨਾਲ ਅਸੀਂ ਉਸ ਦੀ ਸੀਟ ਨੂੰ ਡਿਜ਼ਾਈਨ ਕਰਨਾ। ਨੈਕਸਟ ਪੁਆਇੰਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਲੇਆਊਟ ਆਫ ਇੰਸਟਰੂਮੈਂਟਸ, ਡਾਇਲਸ ਐਂਡ ਡਿਸਪਲੇਸ ਪੈਨਲਸ ਫॉर ਐਕੂਰੇਟ ਪ੍ਰੈਸਪ੍ਰੈਸ਼ਨ ਬਾਏ ਆਪਰੇਟਰ। ਕੀ ਮਤਲਬ ਹੈ ਜੀ ਇਹਦਾ ਕਿ ਇਸ ਕੇਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਫੋਰ ਐਗਜ਼ਾਮਪਲ ਮੈਂ ਹੁਣ ਇਸ ਜਗ੍ਹਾ 'ਤੇ ਬੈਠ ਕੇ ਵੀਡੀਓ ਬਣਾ ਰਿਹਾ ਔਰ ਜਿਸ ਮੋਬਾਈਲ ਦੇ ਨਾਲ ਮੈਂ ਵੀਡੀਓ ਬਣਾ ਰਿਹਾ ਹੁਣ ਇਹ ਮੇਰੀ ਕਿੰਨੀ ਰੀਚ ਦੇ ਵਿੱਚ ਹੈ, ਮੈਂ ਕਦੋਂ ਵੀਡੀਓ ਨੂੰ ਸਟਾਪ ਕਰਨਾ, ਕਦੋਂ ਔਨ ਕਰਨਾ, ਕਦੋਂ ਇਹਦੀ ਲਾਈਟਿੰਗ ਨੂੰ ਚੇਂਜ ਕਰਨਾ, ਇਹਨੂੰ ਜ਼ੂਮ ਇਨ ਜ਼ੂਮ ਆਊਟ ਕਰਨਾ, ਉਹ ਮੇਰੇ ਕਿੰਨੇ ਨੇੜੇ ਹੈ, ਕਿੰਨਾ ਮੇਰੀ ਰੀਚ ਦੇ ਵਿੱਚ ਹੈ। ਇਸੇ ਤਰੀਕੇ ਦੇ ਨਾਲ ਹੀ ਜਦੋਂ ਅਸੀਂ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰਾਂਗੇ ਤਾਂ ਆਪਣੇ ਕੋਲ ਜਿੰਨੇ ਇੰਸਟਰੂਮੈਂਟਸ ਨੇ ਉਹ ਮੇਰੀ ਕਿੰਨੀ ਰੀਚ ਦੇ ਵਿੱਚ ਹੋਣਗੇ, ਨੇੜੇ ਤੇੜੇ ਹੋਣੇ ਚਾਹੀਦੇ ਨੇ, ਉਹਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕਰਨਾ ਲੇਆਊਟ ਨੂੰ। ਡਾਇਲਸ ਐਂਡ ਡਿਸਪਲੇ ਪੈਨਲਸ ਫੋਰ ਐਗਜ਼ਾਮਪਲ ਹੁਣ ਮੈਂ ਕਿਸੇ ਮਸ਼ੀਨ ਨੂੰ ਆਪਰੇਟ ਕਰ ਰਿਹਾ CNC ਮਸ਼ੀਨ ਨੂੰ, ਹੁਣ ਮੈਂ ਖੜਾ ਕਿਤੇ ਦੂਰ ਹਾਂ ਔਰ ਡਿਸਪਲੇ ਪੈਨਲਸ ਮੇਰੇ ਕੋਲ ਕਿਤੇ ਦੂਰ ਨੇ ਤਾਂ ਉਹ ਮੈਂ ਉਹਨੂੰ ਰਨ ਕਰਨਾ ਜਾਂ ਉਹਦੀਆਂ ਕਮਾਂਡਸ ਨੂੰ ਚੇਂਜ ਕਰਨਾ ਉਹ ਮੇਰੇ ਬਿਲਕੁਲ ਹੱਥ ਦੇ ਵਿੱਚ ਹੋਣਾ ਚਾਹੀਦਾ, ਨੇੜੇ ਹੋਣਾ ਚਾਹੀਦਾ, ਇਨ ਰੀਚ ਹੋਣਾ ਚਾਹੀਦਾ ਤਾਂ ਕਿ ਮੈਂ ਈਜ਼ੀਲੀ ਉਸ ਨੂੰ ਕਦੇ ਵੀ ਆਪਦੀ ਲੋੜ ਦੇ ਅਕੋਰਡਿੰਗਲੀ ਉਹਨੂੰ ਚੇਂਜ ਕਰ ਸਕਦਾ, ਉਹਨੂੰ ਆਪਰੇਟ ਕਰ ਸਕਦਾ ਹੋਵਾਂ। ਨੈਕਸਟ ਅਗਲੇ ਸਟੈਪ ਦੇ ਵਿੱਚ ਉਹ ਗੱਲ ਕਰ ਰਿਹਾ ਡਿਜ਼ਾਈਨ ਆਫ हैंड लीवर्स एंड हैंड व्हील्स। जिन्ने साडे गड्डी दे फॉर एग्जांपल कार ड्राइव कर रहे हैं तो उस दौरान साडे कोल जिन्ने हैंड लीवर्स ने हैंड व्हील्स ने उन्हां नूं इस तरीके दे नाल डिज़ाइन किया जाना चाहिए ताकि उन्हां नूं फड़ना भी ईजी होवे। अगर हथ लीवर बहुत ज़्यादा दूर होगा, जिवें एग्जाम्पल के तौर पर तुसीं देख रहे हो कि एक सिंपल एक कार नूं ड्राइव करना, एक बस नूं ड्राइव करना तो दोनों अलग अलग चीज़ां ने। हुण उन्हां दे विच्चों असीं किहनूं ईजीली ड्राइव कर सकते हैं तो उत्थे इहदा एग्जाम्पल हुण लै सकते हैं। नैक्सट अगले स्टैप के विचों गल कर रहे एनर्जी यूजड इन ऑपरेटिंग हैंड एंड फुट ऑपरेशनस कि हुण जदों असीं हैंड दे थ्रू कुछ ऑपरेट करना है या फुट दे थ्रू असी कुछ ऑपरेट करना है तो उन्होंने किन्ने ईजीली असी यूज़ कर सकते हैं, उन्होंने ऑपरेट करने के लिए साड़ी किन्नी एनर्जी यूज़ हो रही है। सो वो गल कर रहे हैं। सो इस तरीके दे नाल जदों भी असी किसी कंपोनेंट नूं किसी मशीन एलीमेंट नूं डिज़ाइन करना तो इस तरीके दे नाल उहनूं डिज़ाइन करना कि जिहड़ा उहदा ऑपरेटर होगा उसनूं किसी भी तरह की कोई प्रॉब्लम नूं फेस ना करना पवे। इस तरीके दे नाल जदों असी किसी मशीन एलीमेंट नूं डिज़ाइन करते हैं तो वह काउंट हुंदा अंडर एर्गोनॉमिक्स। इन द लास्ट असी गल करांगे सिलैक्शन ऑफ मटीरियल के बारे कि जदों भी असी किसी कंपोनेंट नूं डिज़ाइन करना है तो उस टाइम असी किस तरह का मटीरियल यूज़ करिए, किस तरह का मटीरियल ना यूज़ करिए, ये डिपेंड करता है हर एक मटीरियल की अपनी अपनी स्ट्रेंथ के उपर। सो मटीरियल की नॉलेज होनी बहुत ही कंपलसरी है। इट इज़ वन ऑफ द इम्पोर्टेंट डिसीजन टू बी टेकन बिफोर डिटरमिनिंग द डायमेंशनस ऑफ द पार्ट्स बाय द डिज़ाइनर कि जदों असी किसी कंपोनेंट नूं डिज़ाइन करना है, जदों डिज़ाइन दे विच असीं एक स्टैप पढ़ते हैं कि असीं जिन्ने भी कंपोनेंट दे पार्ट्स ने उन्हां दी कुछ डायमेंशनिंग करनी है कि उसकी लेंथ ब्रैथ विड्थ या इस तरह के होर साइजिज किन्ने किन्ने रखने ने। सो उस तो पहला साडे कोल मटीरियल की सिलैक्शन होनी जरूरी है कि किस तरह का मटीरियल असीं चूज़ करना फॉर अ पर्टिकुलर टाइप ऑफ डिज़ाइन। सो इन ऑर्डर टू यूज़ वेरियस मटीरियल करेक्टली इट इज़ एसेंशियल टू हैव throughout knowledge of the properties behavior of the materials which involves the application of principles of nature of materials under the various conditions found in engineering practice। सो ये भी असी यही चीज़ देखा कि वो गल कर रहा है कि कंप्लीट नॉलेज होनी चाहिए मटीरियल्स के बारे, वो प्रॉपर्टीज़ की होणगियां, जदों डिफरेंट टाइप्स का वो लोड अपलाई किया जाऊगा उसका मटीरियल का बिहेवियर किस तरह का होएगा और उन्होंने प्रैक्टिकल एप्लीकेशनस कित्थे कित्थे होणगे अकॉर्डिंग टू देयर नेचर्स। सो नैक्सट असी गल करांगे कि साडे कोल कुछ फैक्टर्स ने जो इफेक्ट करनगे कि साडे कोल किस तरह का मटीरियल चूज़ किया जाए और किस तरह का ना किया जाए। जिहदे विच असी गल करांगे सब तो पहला गल करते हैं अवेलेबिलिटी ऑफ मटीरियल्स कि जो मटीरियल असी सिलैक्ट किया है फॉर डिज़ाइनिंग अ कंपोनेंट कि वो साडे कोल ईजीली अवेलेबल है या नहीं है, उस मटीरियल की स्ट्रेंथ किस तरह की है, जिस तरह का सानू स्ट्रेंथ रिक्वायर्ड है कि सानू सेम स्ट्रेंथ मिल रहा है या उस तो घट तो नहीं। नैक्सट आ रहा वेरी इंपॉर्टेंट ड्यूरेबिलिटी कि जो चीज़ असी डिज़ाइन कर रहे हैं सो उस दे लई जिस टाइप का असी मटीरियल चूज़ किया है उसकी ड्यूरेबिलिटी कितनी है, उसकी लाइफ कितनी है, कितनी देर लिए वो वर्कआउट करेगा। रेजिस्टेंस टू क्रोजन
ਕਿ ਉਹ ਜਿਹੜਾ ਮਟੀਰੀਅਲ ਅਸੀਂ ਚੂਜ਼ ਕੀਤਾ ਹੈ ਉਹ ਰੈਜ਼ਿਸਟੈਂਸ ਸਾਨੂੰ ਪ੍ਰੋਵਾਈਡ ਦੇ ਰਿਹਾ ਕਰ ਰਿਹਾ ਕਿ ਨਹੀਂ ਕਰ ਰਿਹਾ ਕਰੋਜ਼ਨ ਤੋਂ, ਉਹਨੂੰ ਰਸਟਿੰਗ ਹੋ ਰਹੀ ਆ, ਕਰੋਜ਼ਨ ਹੋ ਰਹੀ ਆ, ਨਹੀਂ ਹੋ ਰਹੀ, ਕਿਉਂਕਿ ਮੋਸਟਲੀ ਜਿੰਨੇ ਵੀ ਅੱਜ ਅਸੀਂ ਡਿਜ਼ਾਈਨ ਕਰ ਰਹੇ ਹਾਂ ਤਾਂ ਸਾਨੂੰ ਕਰੋਜ਼ਨ ਰੈਜ਼ਿਸਟਿਵ ਮਟੀਰੀਅਲਸ ਹੀ ਰਿਕੁਆਇਰਡ ਨੇ। ਸੋ ਨਾਲ ਹੀ ਗੱਲ ਕਰ ਰਿਹਾ ਇਕੋਨਮੀ ਦੀ, ਕਿ ਜਿਵੇਂ ਹੀ ਅਸੀਂ ਮਟੀਰੀਅਲ ਦੀਆਂ ਖੂਬੀਆਂ ਵੱਲ ਨੂੰ ਜਾਂਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਮਟੀਰੀਅਲ ਦੀਆਂ ਖੂਬੀਆਂ ਮਿਲਣ, ਵੱਧ ਤੋਂ ਵੱਧ ਸਾਨੂੰ ਸਟਰੈਂਥ ਮਿਲੇ, ਕਰੋਜ਼ਨ ਰੈਜ਼ਿਸਟਿਵ ਹੋਵੇ, ਡਿਊਰੇਬਲ ਵੀ ਜ਼ਿਆਦਾ ਹੋਵੇ, ਸਟਰੈਂਥ ਵੀ ਜ਼ਿਆਦਾ ਹੋਵੇ, ਤਾਂ ਨੋ ਡਾਊਟ ਉਹਦੀ ਕਾਸਟ ਵੀ ਵੱਧਦੀ ਜਾਏਗੀ ਨਾਲ ਨਾਲ। ਸੋ ਅਸੀਂ ਇੱਥੇ ਹੁਣ ਅਸੀਂ ਆਪਣੇ ਇਕਨੋਮਿਕਲ ਫੈਕਟਰ ਨੂੰ ਧਿਆਨ ਦੇ ਵਿੱਚ ਰੱਖ ਕੇ ਮਟੀਰੀਅਲ ਡਿਸਾਈਡ ਕਰਨਾ ਹੈ ਕਿ ਸਾਡੀ ਜੇਬ ਕਿੰਨਾ ਅਲਾਉ ਕਰਦੀ ਹੈ ਵੀ ਕਿਸ ਤਰ੍ਹਾਂ ਦਾ ਮਟੀਰੀਅਲ ਅਸੀਂ ਚੂਜ਼ ਕਰੀਏ। ਨੈਕਸਟ ਹੈ ਈਜ਼ ਆਫ ਹੈਂਡਲਿੰਗ ਐਂਡ ਫੈਬਰੀਕੇਸ਼ਨ, ਕਿ ਜਿਹੜਾ ਮਟੀਰੀਅਲ ਅਸੀਂ ਚੂਜ਼ ਕੀਤਾ ਹੈ ਉਹਦੀ ਹੈਂਡਲਿੰਗ ਕਿੰਨੀ ਸੌਖੀ ਹੈ ਐਂਡ ਉਸ ਦੀ ਫੈਬਰੀਕੇਸ਼ਨ ਕਿੰਨੀ ਸੌਖੀ ਹੈ। ਉਹਦੇ 'ਤੇ ਜਦੋਂ ਅਸੀਂ ਮਸ਼ੀਨਿੰਗ ਕਰਨੀ ਹੈ, ਜਦੋਂ ਉਸ ਦੇ ਅਸੀਂ ਜੁਆਇੰਟਸ ਲਗਾਉਣੇ ਨੇ ਜਾਂ ਉਸ ਨੂੰ ਜਦੋਂ ਪਰਟੀਕੂਲਰ ਟਾਈਪ ਦੀ ਅਸੀਂ ਸ਼ੇਪ ਦੇਣੀ ਹੈ, ਕਿ ਉਹ ਕੰਮ ਅਸੀਂ ਈਜ਼ੀਲੀ ਕਰ ਪਾ ਰਹੇ ਹਾਂ ਜਾਂ ਨਹੀਂ ਕਰ ਪਾ ਰਹੇ। ਤਾਂ ਉਸ ਦੇ ਕੁਝ ਫੈਕਟਰਸ ਨੇ, ਇਹ ਸਾਰੇ ਫੈਕਟਰਸ ਨੇ ਜਿਨ੍ਹਾਂ ਦੇ ਬਿਹਾਫ 'ਤੇ ਅਸੀਂ ਮਟੀਰੀਅਲ ਨੂੰ ਸਿਲੈਕਟ ਕਰਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਦਾ ਮਟੀਰੀਅਲ ਚੂਜ਼ ਕਰਨਾ। ਨੈਕਸਟ ਸਾਡੇ ਕੋਲ 2 ਨੋਟ ਬਣਾ ਕੇ ਕੁਝ ਇਨਫੋਰਮੇਸ਼ਨ ਦਿੱਤੀ ਹੋਈ ਹੈ। ਕਹਿੰਦਾ ਇਨ ਦਾ ਸਿਲੈਕਸ਼ਨ ਆਫ ਮਟੀਰੀਅਲਸ ਆਈਦਰ ਫॉर ਅ ਬਿਲਡਿੰਗ ਔਰ ਅ ਸਟਰਕਚਰਸ ਔਰ ਕੰਸਟਰਕਸ਼ਨ ਆਫ ਮਸ਼ੀਨਸ, ਕਿ ਚਾਹੇ ਅਸੀਂ ਕੋਈ ਬਿਲਡਿੰਗ ਜਾਂ ਸਟਰਕਚਰ ਬਣਾ ਰਹੇ ਹਾਂ ਜਾਂ ਅਸੀਂ ਕਿਸੇ ਮਸ਼ੀਨ ਨੂੰ ਕੰਸਟਰਕਟ ਕਰ ਰਹੇ ਹਾਂ, ਤਾਂ ਸਾਡੇ ਕੋਲ ਸਭ ਤੋਂ ਵੱਧ ਜਿੱਥੇ ਪ੍ਰੋਬਲਮ ਆਉਂਦੀ ਆ ਉਹ ਕੀ ਚੀਜ਼ ਹੈ ਕਿ ਸਾਡੇ ਕੋਲ ਕੁਆਲਿਟੀ ਆਫ ਮਟੀਰੀਅਲ ਕਿਸ ਤਰ੍ਹਾਂ ਦਾ ਹੈ ਐਂਡ ਅਸੀਂ ਜੋ ਡਿਜ਼ਾਈਨ ਕਰ ਰਹੇ ਹਾਂ ਕਿ ਉਹ ਪਰਟੀਕੂਲਰ ਟਾਈਪ ਦੀ ਕੁਆਲਿਟੀ ਉਹ ਸਾਡੇ ਪਰਟੀਕੂਲਰ ਟਾਈਪ ਦੇ ਡਿਜ਼ਾਈਨ ਦੇ ਲਈ ਸੂਟੇਬਲ ਹੈ ਔਰ ਉਸ ਦਾ ਯੂਜ਼, ਉਸ ਦਾ ਇਸਤੇਮਾਲ ਕਿਸ ਤਰ੍ਹਾਂ ਦਾ ਹੈ। ਇਹ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਨੇ। ਸੋ ਬਹੁਤ ਹੀ ਧਿਆਨ ਦੇ ਨਾਲ ਸਾਨੂੰ ਮਟੀਰੀਅਲ ਚੂਜ਼ ਕਰਨਾ ਪੈਂਦਾ ਫॉर ਡਿਜ਼ਾਈਨਿੰਗ ਅ ਕੰਪੋਨੈਂਟ। ਐਂਡ ਲਾਸਟ ਤੇ ਉਹ ਗੱਲ ਕਰ ਰਿਹਾ, ਕਹਿੰਦਾ ਅ ਕਰੈਕਟ ਮਟੀਰੀਅਲ ਐਂਡ ਕਰੈਕਟ ਡਿਜ਼ਾਈਨ ਆਰ ਦਾ ਕ੍ਰਾਈਟੀਰੀਆ ਆਫ ਮਟੀਰੀਅਲ ਸਿਲੈਕਸ਼ਨ to give assurance that a particular construction is satisfactory within the limits of its intended use, ਕਿ ਜਦੋਂ ਆਪਾਂ ਕਰੈਕਟ ਮਟੀਰੀਅਲ ਨੂੰ ਚੂਜ਼ ਕਰਦੇ ਹਾਂ, ਕਰੈਕਟ ਡਿਜ਼ਾਈਨ ਨੂੰ ਚੂਜ਼ ਕਰਦੇ ਹਾਂ, ਤਾਂ ਜਦੋਂ ਇਹ ਆਪਸ ਦੇ ਵਿੱਚ ਦੋਨੋਂ ਮੈਚ ਕਰ ਦਿੰਦੇ ਨੇ, ਜਿਵੇਂ ਕਿ ਅਸੀਂ ਪਿਛਲੇ ਪੁਆਇੰਟ ਦੇ ਵਿੱਚ ਡਿਸਕਸ ਕੀਤਾ, ਤਾਂ ਉੱਥੋਂ ਅਸੀਂ ਅਸ਼ੋਰ ਹੋ ਜਾਂਦੇ ਹਾਂ ਕਿ ਜਿਸ ਪਰਟੀਕੂਲਰ ਪਰਪਸ ਵਾਸਤੇ ਆਪਾਂ ਮਟੀਰੀਅਲ ਸਿਲੈਕਟ ਕਰ ਰਹੇ ਹਾਂ ਤਾਂ ਉਹ ਸਾਡਾ ਵਿਦਿਨ ਜੋ ਸਾਡੀਆਂ ਯੂਜ਼ ਦੀਆਂ ਲਿਮਿਟਸ ਨੇ ਉਹ ਸਾਡੀਆਂ ਅਗਰ ਰਿਕੁਆਇਰਮੈਂਟਸ ਫੁੱਲਫਿਲ ਹੋ ਰਹੀਆਂ ਨੇ ਤਾਂ ਇਹ ਹੀ ਸਾਡਾ ਡਿਜ਼ਾਈਨ ਦਾ ਕੰਪਲੀਟ ਕ੍ਰਾਈਟੀਰੀਆ ਹੈ। ਸੋ ਆਈ ਹੋਪ ਇਹ ਵੀਡੀਓ ਤੁਹਾਡੇ ਲਈ ਕਾਫੀ ਯੂਜ਼ਫੁਲ ਰਿਹਾ ਹੋਵੇਗਾ। ਸੋ ਅਗਰ ਕੋਈ ਕਮੀ ਪੇਸ਼ੀ ਰਹੇਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।